क्लास 8th पंजाब स्कूल एजुकेशन बोर्ड का जिहड़ा सिलेबस आ ਉਹਦੇ ਵਿੱਚ ਇੰਗਲਿਸ਼ ਦੀ ਜਿਹੜੀ ਬੁੱਕ ਮੇਨ ਰੀਡਰ ਬੁੱਕ ਲੱਗੀ ਹੋਈ ਕਲਾਸ 8 ਦੇ ਬੱਚਿਆਂ ਨੂੰ ਉਹਦੇ ਵਿੱਚ ਸਟੋਰੀ ਆਪਾਂ ਪੜ੍ਹੀ ਸੀ। ਪਹਿਲਾ ਪਾਰਟ ਆਪਾਂ ਕੀਤਾ ਦਾ ਫਸਟ ਪਾਰਟ। ਸਟੋਰੀ ਦਾ ਨੇਮ ਹੈ 3 ਕੁਐਸਚਨਸ। ਅੱਜ ਆਪਾਂ ਉਹ ਸਟੋਰੀ ਦਾ ਸੈਕੰਡ ਪਾਰਟ ਕਰਾਂਗੇ। ਸੈਕੰਡ ਪਾਰਟ ਸ਼ੁਰੂ ਕਰਨ ਤੋਂ ਪਹਿਲਾਂ ਬੱਚਿਓ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਫਸਟ ਪਾਰਟ ਵਿੱਚ ਆਪਾਂ ਕੀ ਪੜ੍ਹਿਆ ਕਿ ਇੱਕ ਵਾਰ ਇੱਕ ਰਾਜਾ ਸੀ, ਉਹਦੇ ਮਨ ਵਿੱਚ ਅਚਾਨਕ ਕੋਈ 3 ਸਵਾਲ ਆ ਜਾਂਦੇ ਆ ਕਿ ਰਾਈਟ ਟਾਈਮ ਕਿਹੜਾ ਕੋਈ ਐਕਸ਼ਨ ਕਰਨ ਦਾ, ਕੋਈ ਕੰਮ ਕਰਨ ਦਾ, ਰਾਈਟ ਪੀਪਲ ਰਾਈਟ ਲੋਕ ਉਹ ਕੌਣ ਨੇ, ਠੀਕ ਲੋਕ ਕੌਣ ਨੇ ਜਿਨ੍ਹਾਂ ਦੀ ਉਹਨੂੰ ਗੱਲ ਸੁਣਨੀ ਚਾਹੀਦੀ ਆ, ਅਤੇ ਜਾਂ ਫਿਰ ਇੰਪੋਰਟੈਂਟ ਥਿੰਗ ਕਿਹੜੀ, ਕਿਹੜਾ ਕੰਮ ਹੈ ਜਿਹੜਾ ਉਹਦੇ ਲਈ ਇੰਪੋਰਟੈਂਟ ਆ। 3 ਸਵਾਲ ਆ ਕਿ ਉਹ ਕਿਹੜਾ ਸਹੀ ਸਮਾਂ ਹੋਵੇ, ਸਹੀ ਲੋਕ ਕੌਣ ਹੋਣ ਅਤੇ ਸਹੀ ਕੰਮ ਕਿਹੜਾ ਹੋਵੇ ਜਿਹੜੇ ਉਹਨੂੰ ਕਰਨੇ ਚਾਹੀਦੇ ਆ। ਉਹ ਸੋਚਦਾ ਹੈ ਕਿ ਮੈਨੂੰ ਜੇਕਰ ਇਹਨਾਂ 3 ਸਵਾਲਾਂ ਦੇ ਜਵਾਬ ਜਿਹੜੇ ਮਿਲ ਜਾਂਦੇ ਆ ਤਾਂ ਮੈਂ ਜ਼ਿੰਦਗੀ 'ਚ ਕਦੀ ਫੇਲ ਨਹੀਂ ਹੋਊ। ਇਸ ਕਰਕੇ ਰਾਜਾ ਆਪਣੇ ਸਾਰੇ ਰਾਜ ਵਿੱਚ, ਸਾਮਰਾਜ ਵਿੱਚ ਲੋਕਾਂ ਨੂੰ ਇੱਕ ਸੁਨੇਹਾ ਦੇ ਦਿੰਦਾ ਕਿ ਜਿਹੜਾ ਵੀ ਇਹਨਾਂ 3 ਸਵਾਲਾਂ ਦੇ ਸਹੀ ਆਨਸਰ ਦੇਵੇਗਾ ਉਹਨੂੰ ਇੱਕ ਰਿਵਾਰਡ ਦੇਊਗਾ, ਇਨਾਮ ਦੇਊਗਾ। ਪਰੰਤੂ ਉਸ ਰਾਜੇ ਨੂੰ ਆਪਣੇ ਸਵਾਲਾਂ ਦੇ ਜੋ ਅਪਰੋਪਰੀਏਟ ਆਨਸਰ ਆ ਉਹ ਨਹੀਂ ਮਿਲਦੇ। ਡਿਫਰੈਂਟ ਆਨਸਰ ਲੋਕੀ ਦਿੰਦੇ ਆ ਅਤੇ ਰਾਜਾ ਜਿਹੜਾ ਕਿਸੇ ਆਨਸਰ ਤੋਂ ਵੀ ਸੰਤੁਸ਼ਟ ਨਹੀਂ ਹੁੰਦਾ। ਇਸ ਕਰਕੇ ਰਾਜਾ ਫਿਰ ਕੀ ਕਰਦਾ ਕਿ ਉਹਨੂੰ ਪਤਾ ਲੱਗਦਾ ਕਿ ਜੰਗਲ ਦੇ ਵਿੱਚ ਕੋਈ ਇੱਕ ਸਾਧੂ ਮਹਾਤਮਾ ਜਿਹੜਾ ਇਕੱਲਾ ਰਹਿ ਰਿਹਾ ਬੜੇ ਚਿਰ ਤੋਂ, ਉਹਦੇ ਕੋਲ ਜਾਂਦਾ ਰਾਜਾ। ਅਤੇ ਪਰੰਤੂ ਉਹਨੂੰ ਪਤਾ ਹੁੰਦਾ ਕਿ ਰਾਜੇ ਦੇ ਭੇਸ ਵਿੱਚ ਉਹਨੇ ਮਿਲਣਾ ਨਹੀਂ। ਇਸ ਕਰਕੇ ਰਾਜਾ ਆਪਣਾ ਘੋੜਾ ਅਤੇ ਆਪਣਾ ਜਿਹੜਾ ਬਾਡੀਗਾਰਡ ਉਹਨੂੰ ਪਿੱਛੇ ਛੱਡ ਜਾਂਦਾ ਅਤੇ ਸਾਦੇ ਕੱਪੜਿਆਂ ਵਿੱਚ ਉਸ ਸਾਧੂ ਦੀ ਜਿਹੜੀ ਝੁੱਗੀ ਉਹਦੇ ਵੱਲ ਚਲਾ ਜਾਂਦਾ। ਉੱਥੇ ਜਾ ਕੇ ਉਹ ਸਾਧੂ ਆਪਣੀ ਕਹੀ ਦੇ ਨਾਲ ਜ਼ਮੀਨ ਪੁੱਟ ਰਿਹਾ ਹੁੰਦਾ, ਉੱਥੇ ਜਾ ਕੇ ਰਾਜਾ ਵੀ ਉਹਦੀ ਹੈਲਪ ਕਰਨੀ ਸ਼ੁਰੂ ਕਰ ਦਿੰਦਾ। ਇਸ ਸਮੇਂ ਦਰਮਿਆਨ ਇੱਕ ਆਦਮੀ, ਦਾੜੀ ਵਾਲਾ ਆਦਮੀ ਭੱਜਾ ਹੋਇਆ ਆਉਂਦਾ ਜਿਹਦੇ ਪੇਟ ਦੇ ਉੱਤੇ ਵੱਡਾ ਸਾਰਾ ਜ਼ਖਮ ਹੋਇਆ ਹੁੰਦਾ। ਰਾਜਾ ਅਤੇ ਜਿਹੜਾ ਉਹ ਸਾਧੂ ਆ ਉਹਦੀ ਬਾਰ-ਬਾਰ ਉਹਦੇ ਪੇਟ ਦੇ ਉੱਪਰ ਪੱਟੀ ਕਰਦੇ ਆ, ਕੱਪੜਾ ਵਲੇਟ ਕੇ, ਅਤੇ ਉਹਦੀ ਬਲੀਡਿੰਗ ਬੰਦ ਹੋ ਜਾਂਦੀ ਆ। ਅਤੇ ਉਸ ਤੋਂ ਅੱਗੇ ਆਪਾਂ ਸਟੋਰੀ ਸ਼ੁਰੂ ਕਰਦੇ ਹਾਂ। ਔਰ ਸਟੋਰੀ ਸ਼ੁਰੂ ਕਰਨ ਤੋਂ ਪਹਿਲਾਂ ਬੱਚਿਓ, ਜਿਨ੍ਹਾਂ ਨੇ ਜਿਹੜੇ ਸਾਡੇ ਇਸ ਲੈਕਚਰ ਨੂੰ ਸੁਣ ਰਹੇ ਨੇ, ਦੇਖ ਰਹੇ ਨੇ ਵੀਡੀਓ ਲੈਕਚਰ ਨੂੰ, ਉਹਨਾਂ ਨੇ ਜੇਕਰ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ ਬੈਲ ਆਈਕਨ ਨੂੰ ਵੀ ਪ੍ਰੈਸ ਕਰੋ। ਔਰ ਇਸ ਤੋਂ ਬਾਅਦ ਸਟੋਰੀ ਨੂੰ ਸਾਰੀ ਨੂੰ, ਲੈਸਨ ਨੂੰ ਦੇਖੋ। ਜੇਕਰ ਤੁਹਾਨੂੰ ਸਾਡਾ ਇਹ ਲੈਸਨ ਵਧੀਆ ਲੱਗੇ, ਚੰਗਾ ਲੱਗੇ, ਤਾਂ ਤੁਸੀਂ ਦੂਸਰਿਆਂ ਨਾਲ ਵੀ ਸ਼ੇਅਰ ਕਰੋ ਅਤੇ ਲਾਈਕ ਜ਼ਰੂਰ ਕਰੋ। ਸੋ ਨੈਕਸਟ ਪਾਰਟ ਆਪਾਂ ਕਰਨ ਲੱਗੇ ਹਾਂ। ਸੈਕੰਡ ਪਾਰਟ ਹੈ, ਕਹਿੰਦਾ ਦ ਮੈਨ, ਕਿਹੜਾ ਮੈਨ, ਜਿਹੜਾ ਆਇਆ ਸੀ ਜ਼ਖਮੀ ਹੋ ਕੇ, ਉਹਦੇ ਬਾਰੇ ਗੱਲ ਕਰ ਰਿਹਾ। ਕਹਿੰਦਾ ਦ ਮੈਨ ਫੈਲਟ ਬੈਟਰ ਐਂਡ ਆਸਕਡ ਫਾਰ ਸਮਥਿੰਗ ਟੂ ਡਰਿੰਕ। ਉਹ ਬੰਦੇ ਦੀ, ਜਿਹੜੇ ਜ਼ਖਮੀ ਬੰਦੇ ਦੀ ਰਾਜੇ ਨੇ ਪੱਟੀ ਕੀਤੀ ਸੀ ਬਾਰ-ਬਾਰ, ਹੁਣ ਉਹ ਮੈਨ ਜਿਹੜਾ ਸੀ, ਬੰਦਾ ਸੀ, ਉਹ ਫੈਲਟ ਬੈਟਰ, ਮਤਲਬ ਉਹਨੇ ਕੁਛ ਠੀਕ ਮਹਿਸੂਸ ਕੀਤਾ। ਫੈਲਟ ਉਹਨੇ ਠੀਕ ਮਹਿਸੂਸ ਕੀਤਾ ਅਤੇ ਉਹਨੇ ਕੁਛ ਪੀਣ ਨੂੰ ਮੰਗਿਆ। ਦ ਕਿੰਗ ਬਰੌਟ ਫਰੈਸ਼ ਵਾਟਰ ਐਂਡ ਗੇਵ ਇਟ ਟੂ ਹਿਮ। ਰਾਜੇ ਨੇ ਤਾਜ਼ਾ ਪਾਣੀ ਲਿਆਂਦਾ ਅਤੇ ਉਹਨੂੰ ਦੇ ਦਿੱਤਾ। ਬਾਈ ਦਿਸ ਟਾਈਮ ਦ ਸਨ ਹੈਡ ਸੈਟ। ਸੂਰਜ ਛੁਪ ਗਿਆ ਸੀ ਇੰਨੇ ਸਮੇਂ ਤੱਕ। ਐਂਡ ਦਾ ਏਅਰ ਵਾਜ਼ ਕੂਲ, ਅਤੇ ਹਵਾ ਠੰਡੀ ਸੀ। ਦ ਕਿੰਗ ਐਂਡ ਦ ਹਰਮਿਟ ਕੈਰੀਡ ਦ ਵਾਊਂਡਡ ਮੈਨ ਇਨ ਟੂ ਦ ਹਟ। ਦੋਵਾਂ ਨੇ ਕੀਤਾ, ਰਾਜੇ ਨੇ ਅਤੇ ਉਸ ਮਹਾਤਮਾ ਨੇ, ਉਸ ਜ਼ਖਮੀ ਬੰਦੇ ਨੂੰ, ਵਾਊਂਡਡ ਜ਼ਖਮੀ ਬੰਦੇ ਨੂੰ ਜਿਹੜਾ ਕਿੱਥੇ ਲੈ ਗਏ, ਹੱਟ ਦੇ ਵਿੱਚ। ਐਂਡ ਲੇਡ ਹਿਮ ਔਨ ਦਾ ਬੈੱਡ, ਅਤੇ ਉਹਨਾਂ ਬੈੱਡ ਦੇ ਉੱਪਰ ਲਿਟਾ ਦਿੱਤਾ। ਦ ਮੈਨ ਕਲੋਜ਼ਡ ਹਿਜ਼ ਆਈਜ਼ ਐਂਡ ਲੇ ਕੁਆਇਟ। ਅਤੇ ਬੰਦੇ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ, ਉਸ ਨੇ, ਜ਼ਖਮੀ ਬੰਦੇ ਨੇ, ਚੁੱਪਚਾਪ ਜਾ ਕੇ ਲੇਟ ਗਿਆ, ਸੌਂ ਗਿਆ। ਦ ਕਿੰਗ ਵਾਜ਼ ਫੀਲਿੰਗ ਟਾਇਰਡ, ਥੱਕਿਆ ਹੋਇਆ। ਰਾਜਾ ਜਿਹੜਾ ਸੀ ਉਹ ਥੱਕਿਆ ਮਹਿਸੂਸ ਕਰ ਰਿਹਾ ਸੀ। ਕਾਹਦੇ ਨਾਲ? ਬਾਈ ਦਾ ਡੇਜ਼ ਡਿਗਿੰਗ, ਜਿਹੜੇ ਉਹਨੇ ਸਾਰਾ ਦਿਨ ਉੱਥੇ ਪੁੱਟਿਆ ਸੀ ਨਾ ਕਈ ਨਾਲ ਜ਼ਮੀਨ ਨੂੰ ਸਾਧੂ ਬਾਬੇ ਲਈ, ਉਹਦੇ ਕਰਕੇ ਉਹ ਥੱਕਿਆ ਮਹਿਸੂਸ ਕਰਦਾ ਸੀ। ਹੀ ਲੇ ਡਾਊਨ ਔਨ ਦਾ ਫਲੋਰ, ਫਰਸ਼, ਉਹ ਫਰਸ਼ ਦੇ ਉੱਤੇ ਲੰਮੇ ਪੈ ਗਿਆ। ਐਂਡ ਸਲੈਪਟ ਆਲ ਨਾਈਟ, ਸਲੀਪ ਸੈਕੰਡ ਫੋਰ, ਅਤੇ ਸਾਰੀ ਰਾਤ ਉਹ ਸੁੱਤਾ ਰਿਹਾ। ਵੈਨ ਹੀ ਅਵੋਕ, ਜਾਗਿਆ, ਜਦੋਂ ਜਾਗਿਆ, ਹੀ ਸਾ ਦਾ ਬੀਅਰਡ ਮੈਨ, ਦਾੜੀ ਵਾਲਾ, ਬੀਅਰਡਡ ਮੈਨ ਲੁਕਿੰਗ ਐਟ ਹਿਮ। ਉਹਨੇ ਕੀ ਵੇਖਿਆ ਕਿ ਉਹ ਦਾੜੀ ਵਾਲਾ ਬੰਦਾ ਜਿਹੜਾ ਸੀ ਉਹਦੇ ਵੱਲੇ ਤੱਕ ਰਿਹਾ ਸੀ। ਜਦੋਂ ਰਾਜਾ ਜਾਗਿਆ, ਉਹ ਕੀ ਕਹਿੰਦਾ, ਫਾਰ ਗਿਵ ਮੀ, ਮੈਨੂੰ ਮਾਫ ਕਰ ਦਿਓ। ਸੈਡ ਦਾ ਬੀਅਰਡਡ ਮੈਨ,
इन ए वीक वॉइस, बड़ी कमज़ोर आवाज़ ਵਿੱਚੋਂ ਦਾੜੀ ਵਾਲਾ ਇਨਸਾਨ ਜਿਹੜਾ ਜ਼ਖਮੀ ਹੋਇਆ ਸੀਗਾ, ਜਦੋਂ ਰਾਜਾ ਉੱਠਿਆ ਤੇ ਉਹ ਉਹਨੂੰ ਕੀ ਕਹਿੰਦਾ, ਰਾਜੇ ਨੂੰ ਕਹਿੰਦਾ ਪਲੀਜ਼ ਫॉरगिव ਮੀ, ਮੈਨੂੰ ਮਾਫ ਕਰ ਦਿਓ। ਅੱਗੋਂ ਰਾਜਾ ਕੀ ਕਹਿੰਦਾ, ਕਹਿੰਦਾ ਆਈ ਡੋਂਟ ਨੋ ਯੂ, ਮੈਂ ਤਾਂ ਤੈਨੂੰ ਜਾਣਦਾ ਹੀ ਨਹੀਂ, ਐਂਡ देयर इज़ नथिंग टू फॉरगिव यू, ਕਹਿੰਦਾ ਮੈਨੂੰ ਨਾ ਮੈਂ ਤੈਨੂੰ ਜਾਣਦਾ, ਐਂਡ देयर इज़ नथिंग टू फॉरगिव यू फॉर, ਸੈਡ ਦਾ ਕਿੰਗ, ਕਹਿੰਦਾ ਤੇ ਨਾ ਹੀ ਕੋਈ ਇੱਦਾਂ ਦੀ ਗੱਲ ਹੈਗੀ ਹੈ ਜਿਹਦੇ ਕਰਕੇ ਮੈਂ ਤੈਨੂੰ ਮਾਫ ਕਰਾਂ, ਮੈਂ ਤਾਂ ਤੈਨੂੰ ਜਾਣਦਾ ਵੀ ਨਹੀਂ। ਉਹ ਕੀ ਕਹਿੰਦਾ ਅੱਗੋਂ, ਕਹਿੰਦਾ ਯੂ ਡੋਂਟ ਨੋ ਮੀ, ਤੁਸੀਂ ਮੈਨੂੰ ਨਹੀਂ ਜਾਣਦੇ, ਬਟ ਆਈ ਨੋ ਯੂ, ਮੈਂ ਤੁਹਾਨੂੰ ਜਾਣਦਾ। ਸੈਡ ਦਾ ਬੀਡਡ ਮੈਨ, ਆਈ ਐਮ ਐਨ ਐਨੀਮੀ ਆਫ ਯੂਅਰਸ, ਮੈਂ ਤੁਹਾਡਾ ਇੱਕ ਦੁਸ਼ਮਣ ਹੈ, ਐਨੀਮੀ ਦੁਸ਼ਮਣ। ਆਈ ਹੈਡ ਸਵੋਰਨ ਟੂ ਹੈਵ ਰਿਵੈਂਜ, ਮੈਂ ਸਹੁੰ ਖਾਧੀ ਸੀ, ਕਾਹਦੀ, ਰਿਵੈਂਜ ਲੈਣ ਦੀ, ਹੈ ਬਦਲਾ, ਰਿਵੈਂਜ ਬਦਲਾ ਲੈਣ ਦੀ, ਔਨ ਯੂ ਬਿਕਾਜ਼ ਯੂ ਪੁੱਟ ਮਾਈ ਬ੍ਰਦਰ ਟੂ ਡੈਥ, ਕਿਉਂਕਿ ਤੂੰ ਮੇਰੇ ਭਰਾ ਨੂੰ ਮਾਰਿਆ ਸੀ, ਐਂਡ ਸੀਜ਼ਡ ਆਵਰ ਪ੍ਰੋਪਰਟੀ, ਸੀਜ਼ਡ ਹੜੱਪ ਕਰ ਲਈ, ਬੰਦ ਕਰ ਲਈ, ਕਬਜ਼ੇ 'ਚ ਕਰ ਲਈ, ਤੇ ਤੂੰ ਸਾਡੀ ਪ੍ਰੋਪਰਟੀ ਜਿਹੜੀ ਆ ਉਹ ਹੜੱਪ ਕਰ ਲਈ ਸੀ ਮੇਰੇ ਭਰਾ ਨੂੰ ਮਾਰ ਕੇ। ਆਈ ਨਿਊ, ਮੈਨੂੰ ਪਤਾ ਸੀ, ਨੋ ਨਿਊ ਨੋ, ਮੈਨੂੰ ਪਤਾ ਸੀ ਯੂ ਹੈਡ ਕਮ ਹੇਅਰ, ਮੈਨੂੰ ਪਤਾ ਸੀ ਕਿ ਤੂੰ ਇੱਥੇ ਆਇਆ ਵਾ। ਆਈ ਹੈਡ ਮੇਡ ਅਪ ਮਾਈ ਮਾਈਂਡ ਟੂ ਕਿਲ ਯੂ ਔਨ ਯੂਅਰ ਵੇ ਬੈਕ, ਤੇ ਮੈਂ ਆਪਣੇ ਮਾਈਂਡ ਨੂੰ, ਮੇਡ ਅਪ ਮਾਈ ਮਾਈਂਡ, ਮੈਂ ਆਪਣਾ ਮਨ ਬਣਾਇਆ ਸੀ, ਪਲਾਨ ਕੀਤਾ ਸੀ ਕਿ ਟੂ ਕਿਲ ਯੂ, ਤੈਨੂੰ ਮਾਰਨ ਲਈ, ਕਦੋਂ, ਔਨ ਯੂਅਰ ਵੇ ਬੈਕ, ਜਦੋਂ ਤੂੰ ਵਾਪਸ ਜਾਏਗਾ, ਮੈਂ ਉਹ ਆਪਣਾ ਮਨ ਬਣਾਇਆ ਸੀ ਕਿ ਤੈਨੂੰ ਮਾਰ ਦੇਣਾ। ਬਟ ਦਾ ਡੇ ਪਾਸਟ, ਪਰ ਦਿਨ ਬੀਤ ਗਿਆ, ਐਂਡ ਯੂ ਡਿਡਨਟ ਰਿਟਰਨ, ਤੇ ਤੂੰ ਵਾਪਸ ਆਇਆ ਹੀ ਨਹੀਂ। ਵੈਨ ਆਈ ਕੇਮ ਆਊਟ ਆਫ ਮਾਈ ਹਾਈਡਿੰਗ ਪਲੇਸ, ਫਿਰ ਹਾਰ ਕੇ ਮੈਂ ਜਦੋਂ ਹਾਈਡਿੰਗ ਪਲੇਸ, ਜਿੱਥੇ ਮੈਂ ਲੁਕਿਆ ਹੋਇਆ ਸੀਗਾ, ਹਾਈਡ ਹੁੰਦਾ ਲੁਕਣਾ, ਜਿੱਥੇ ਲੁਕਿਆ ਉਹ ਹਾਈਡਿੰਗ ਪਲੇਸ, ਜਿੱਥੇ ਮੈਂ ਲੁਕਿਆ ਸੀ, ਜਦੋਂ ਮੈਂ ਉਹਦੇ ਤੋਂ ਬਾਹਰ ਆਇਆ, ਵੈਨ ਆਈ ਕੇਮ ਆਊਟ, ਜਦੋਂ ਮੈਂ ਉੱਥੋਂ ਬਾਹਰ ਆਇਆ, ਕਿੱਥੋਂ, ਹਾਈਡਿੰਗ ਪਲੇਸ ਤੋਂ। ਯੂਅਰ ਬਾਡੀਗਾਰਡ ਰੈਕਗਨਾਈਜ਼ਡ ਮੀ, ਤੇਰੇ ਬਾਡੀਗਾਰਡ ਨੇ ਮੈਨੂੰ ਰੈਕਗਨਾਈਜ਼ਡ, ਪਹਿਚਾਣ ਲਿਆ, ਆਈਡੈਂਟੀਫਾਈ ਕਰ ਲਿਆ, ਪਹਿਚਾਣ ਲਿਆ, ਤੇ ਕੀ ਕੀਤਾ, ਐਂਡ ਵਾਉਂਟਡ ਮੀ, ਤੇ ਉਹਨੇ ਮੈਨੂੰ ਜ਼ਖਮੀ ਕਰ ਦਿੱਤਾ। ਆਈ escaped, ਮੈਂ ਬਚ ਨਿਕਲਿਆ, ਫਰੋਮ ਹਿਮ, ਉਹਦੇ ਤੋਂ। ਬਟ ਆਈ ਵੁੱਡ ਹੈਵ ਡਾਈਡ, ਪਰ ਮੈਂ ਮਾਰੀ ਜਾਂਦਾ, ਬਟ ਆਈ ਵੁੱਡ ਹੈਵ ਡਾਈਡ, ਮੈਂ ਮਾਰੀ ਜਾਂਦਾ, ਇਫ ਯੂ ਹੈਡ ਨਾਟ ਡਰੈਸਡ ਮੀ ਮਾਈ ਵਾਉਂਡਸ, ਜੇ ਤੁਸੀਂ ਮੇਰੇ ਜ਼ਖਮਾਂ ਦੇ ਉੱਤੇ ਪੱਟੀ ਨਾ ਕਰਦੇ, ਡਰੈਸਡ ਹੁੰਦਾ ਪੱਟੀ ਕਰਨੀ, ਜੇ ਮੈਂ ਮਾਰੀ ਜਾਂਦਾ, ਆਈ ਵੁੱਡ ਹੈਵ ਡਾਈਡ, ਮੈਂ ਮਾਰੀ ਜਾਂਦਾ, ਕਦੋਂ, ਜੇ, ਇਫ ਯੂ ਹੈਡ ਨਾਟ ਡਰੈਸਡ ਮਾਈ ਵਾਉਂਡਸ, ਜੇ ਤੂੰ ਮੇਰੇ ਜ਼ਖਮਾਂ 'ਤੇ, ਤੁਸੀਂ ਰਾਜਾ ਜੀ ਮੇਰੇ ਜ਼ਖਮਾਂ 'ਤੇ ਪੱਟੀ ਨਾ ਕਰਦੇ, ਤਾਂ ਮੈਂ ਮਰ ਜਾਣਾ ਸੀ। ਆਈ ਵਿਸ਼ ਟੂ ਕਿਲ ਯੂ, ਮੈਂ ਤਾਂ ਤੈਨੂੰ ਮਾਰਨ ਦੀ ਪਲਾਨ ਕੀਤੀ ਸੀ, ਸੋਚਦਾ ਸੀ ਕਿ ਤੈਨੂੰ ਮਾਰਾਂ, ਬਟ ਯੂ ਹੈਵ ਸੇਵਡ ਮਾਈ ਲਾਈਫ, ਪਰ ਤੂੰ ਤੇ ਮੇਰੀ ਜ਼ਿੰਦਗੀ ਬਚਾ ਲਈ ਆ, ਯੂ ਹੈਵ ਸੇਵਡ, ਬਚਾ ਲਈ। ਨਾਓ ਇਫ ਆਈ ਲਾਈਵ, ਮੈਂ ਕਹਿੰਦਾ ਜੀ ਹੁਣ ਜਿਉਂਦਾ ਵਾਂ, ਆਈ ਵਿਲ ਸਰਵ ਯੂ ਐਜ਼ ਯੂਅਰ ਮੋਸਟ ਫੇਥਫੁਲ ਸਰਵੈਂਟ, ਕਿਉਂਕਿ ਹੁਣ ਮੈਂ ਜਿਉਂਦਾ ਵਾਂ, ਤੇ ਇਸ ਕਰਕੇ ਮੈਂ ਹੁਣ ਆਈ ਵਿਲ ਸਰਵ ਯੂ, ਤੇਰੀ ਸੇਵਾ ਕਰਾਂਗਾ, ਕਦ, ਕਿਵੇਂ, ਐਜ਼ ਯੂਅਰ ਮੋਸਟ ਫੇਥਫੁਲ ਸਰਵੈਂਟ, ਸਭ ਤੋਂ ਵਫਾਦਾਰ ਨੌਕਰ ਬਣ ਕੇ ਤੇਰੀ ਜ਼ਿੰਦਗੀ ਭਰ ਮੈਂ ਸੇਵਾ ਕਰੂੰਗਾ। ਪਲੀਜ਼ ਫॉरगिव ਮੀ, ਕਹਿੰਦਾ ਮੈਨੂੰ ਮਾਫ ਕਰ ਦੇ, ਕਿਉਂਕਿ ਤੂੰ ਮੇਰੀ ਜਾਨ ਬਚਾਈ ਹੈ। ਦ ਕਿੰਗ ਵਾਜ਼ ਵੈਰੀ ਹੈਪੀ ਟੂ ਹੈਵ ਵਨ ਐਨ ਐਨੀਮੀ ਸੋ ਈਜ਼ਲੀ ਐਜ਼ ਅ ਫਰੈਂਡ, ਤੇ ਰਾਜਾ ਬੜਾ ਖੁਸ਼ ਸੀ ਕਿ ਉਹਨੇ ਇੱਕ ਦੁਸ਼ਮਣ ਨੂੰ ਜਿੱਤ ਲਿਆ, ਤੇ ਜਿੱਤ ਕੇ ਬਹੁਤ ਸੌਖੇ ਤਰੀਕੇ ਨਾਲ, ਤੇ ਨਾਲੇ ਉਹਨੂੰ ਆਪਣਾ ਦੋਸਤ ਵੀ ਬਣਾ ਲਿਆ। ਹੀ ਫॉरगिव ਹਿਮ, ਉਹਨੇ ਉਹਨੂੰ ਮਾਫ ਕਰ ਦਿੱਤਾ, ਐਂਡ ਸੈਡ ਦੈਟ ਹੀ ਵੁੱਡ ਸੈਂਡ ਹਿਜ਼ ਓਨ ਡਾਟਰ ਟੂ ਲੁੱਕ ਆਫਟਰ ਇਟ, ਤੇ ਉਹਨੇ ਉਹਨੂੰ ਕਿਹਾ ਕਿ ਉਹ ਰਾਜਾ ਉਸ ਬੰਦੇ ਲਈ ਹੀ ਵੁੱਡ ਸੈਂਡ, ਭੇਜੇਗਾ, ਸੈਂਡ ਭੇਜਣਾ, ਕੀ ਭੇਜੇਗਾ, ਹਿਜ਼ ਓਨ ਡਾਟਰ, ਉਹ ਆਪਣਾ ਡਾਟਰ ਭੇਜੇਗਾ, ਕਦ ਲਈ, ਟੂ ਲੁੱਕ ਆਫਟਰ ਹਿਮ, ਕਿ ਉਹਦੀ ਉਹ ਦੇਖਭਾਲ ਕਰੇ, ਕਿਉਂਕਿ ਉਹਦੇ ਜ਼ਖਮ ਸੀਗੇ, ਇਸ ਕਰਕੇ ਰਾਜੇ ਨੇ ਉਹਦੇ ਨਾਲ ਪ੍ਰੋਮਿਸ ਕੀਤਾ ਕਿ ਰਾਜਾ ਆਪਣੇ ਡਾਕਟਰ ਨੂੰ ਉਸ ਬੰਦੇ ਕੋਲ ਭੇਜੇਗਾ, ਉਹਦੇ ਜ਼ਖਮਾਂ ਦੀ ਜਿਹੜੀ ਉਹ ਇਲਾਜ ਕਰਨ ਲਈ। ਹੀ ਆਲਸੋ ਪ੍ਰੋਮਿਸਡ ਟੂ ਗਿਵ ਹਿਮ ਬੈਕ ਹਿਜ਼ ਪ੍ਰੋਪਰਟੀ, ਤੇ ਨਾਲ ਹੀ ਉਹਨੇ ਫਿਰ ਵਾਅਦਾ ਵੀ ਕੀਤਾ, ਕੀ ਵਾਅਦਾ ਕੀਤਾ, ਟੂ ਗਿਵ ਹਿਮ ਬੈਕ, ਉਹਦੀ ਪ੍ਰੋਪਰਟੀ ਬੈਕ, ਮਤਲਬ ਵਾਪਸ ਦੇ ਦੇਣ ਦਾ ਉਹਨੇ ਵਾਅਦਾ ਕਰ ਲਿਆ ਰਾਜੇ ਨੇ, ਕਿਉਂਕਿ ਰਾਜਾ ਖੁਸ਼ ਹੋ ਗਿਆ। ਲੀਵਿੰਗ ਦ ਵਾਉਂਟਡ ਮੈਨ, ਉਸ ਜ਼ਖਮੀ ਬੰਦੇ ਨੂੰ ਛੱਡ ਕੇ ਉੱਥੇ, ਮਤਲਬ ਲੀਵਿੰਗ ਛੱਡਣਾ, ਛੱਡ ਕੇ ਕੀ ਕਰਦਾ ਰਾਜਾ, ਦ ਕਿੰਗ ਵੈਂਟ ਆਊਟ ਆਫ ਦਾ ਹਟ, ਰਾਜਾ ਬਾਹਰ ਆ ਜਾਂਦਾ, ਵੈਂਟ ਆਊਟ ਆਫ ਦਾ ਹਟ।
ਹੀ ਲੁੱਕਡ ਰਾਊਂਡ ਫਾਰ ਦ ਹਰਮਿਟ। ਉਸ ਬਾਬੇ ਬਾਰੇ ਜਿਹੜਾ ਉਹਦੇ ਸਾਧੂ ਸੀਗਾ ਉੱਥੇ ਇਕੱਲਾ ਰਹਿੰਦਾ, ਉਹਦੇ ਬਾਰੇ ਮਤਲਬ ਆਸੇ ਪਾਸੇ ਝਾਕਦਾ ਕਿ ਕਿੱਥੇ ਗਿਆ ਉਹ ਸਾਧੂ। ਬਿਫੋਰ ਗੋਇੰਗ ਬੈਕ, ਵਾਪਸ ਘਰ ਜਾਣ ਤੋਂ ਪਹਿਲਾਂ, ਹੀ ਵਿਸ਼ਡ, ਉਹਦੀ ਇੱਛਾ ਸੀ ਕਿ ਵਨਸ ਮੋਰ ਟੂ ਆਸਕ ਦ ਹਰਮਿਟ ਫਾਰ ਆਨਸਰਸ ਟੂ ਹਿਸ ਕੁਐਸਚਨਸ। ਘਰ ਜਾਣ ਤੋਂ ਪਹਿਲਾਂ ਉਹਦੀ ਇੱਛਾ ਸੀ ਕਿ ਘੱਟੋ ਘੱਟ ਇੱਕ ਵਾਰ ਤੇ ਮੈਂ ਉਹਨੂੰ ਹੋਰ ਆਪਣੇ ਸਵਾਲਾਂ ਦੇ ਮਤਲਬ ਆਨਸਰ ਦੇ ਬਾਰੇ ਪੁੱਛ ਲਵਾਂ ਕਿ ਤੂੰ ਮੇਰੇ ਸਵਾਲਾਂ ਦੇ ਆਨਸਰ ਨਹੀਂ ਦਿੱਤੇ, ਪੁੱਛੀਏ ਤਾਂ ਸਹੀ ਉਹਨੂੰ। ਦ ਹਰਮਿਟ ਵਾਜ਼ ਸੋਇੰਗ ਸੀਡਸ, ਉਹ ਕਰ ਰਿਹਾ ਸੀ ਬੀਜ ਰਿਹਾ ਸੀ। ਸੋਇੰਗ ਸੀਡਸ ਹੁੰਦੇ ਬੀਜ, ਸੋ ਬੀਜਣਾ। ਕਿੱਥੇ? ਇਨ ਦਾ ਬੈਡਸ ਦੈਟ ਹੈਡ ਬੀਨ ਡਗ ਦਾ ਡੇ ਬਿਫੋਰ, ਜਿਹੜਾ ਉਹ ਬੈੱਡ ਜਿਹੜੇ ਉਹਨੇ ਪੁੱਟੇ ਸੀਗੇ, ਜਿਹੜਾ ਜ਼ਮੀਨ ਮਿੱਟੀ ਪੁੱਟੀ ਸੀ ਇੱਕ ਦਿਨ ਪਹਿਲਾਂ, ਡੇ ਬਿਫੋਰ, ਡਗ ਪੁੱਟਿਆ ਸੀ ਡੇ ਬਿਫੋਰ, ਉਹਦੇ ਵਿੱਚੋਂ ਕੁਛ ਬੀਜ ਰਿਹਾ ਸੀ ਸਾਧੂ। ਦਾ ਕਿੰਗ ਵੈਂਟ ਅਪ ਟੂ ਦਾ ਹਰਮਿਟ ਐਂਡ ਸੈਡ, ਉਹਦੇ ਕੋਲ ਗਿਆ ਤੇ ਬੋਲਿਆ, ਕਹਿੰਦਾ ਉਹ ਵਾਈਜ਼ਰ, ਕਹਿੰਦਾ ਸਿਆਣੇ ਬਾਬੇ ਮਹਾਂਪੁਰਖੋ, ਫਾਰ ਦਾ ਲਾਸਟ ਟਾਈਮ, ਅਖੀਰ ਹੁਣ ਮੈਂ ਆਖਰੀ ਵਾਰੀ, ਆਈ ਬੈਗ ਟੂ ਯੂ ਆਨਸਰ ਮਾਈ ਕੁਐਸਚਨ, ਮੈਂ ਤੇਰੇ ਕੋਲੋਂ ਆਪਣੇ ਸਵਾਲਾਂ ਦੇ ਜਵਾਬਾਂ ਦੀ ਮਤਲਬ ਰਿਪਲਾਈ ਦੀ ਡਿਮਾਂਡ ਕਰਦਾ, ਮੰਗ ਕਰਦਾ, ਬੇਨਤੀ ਕਰਦਾ ਕਿ ਹੁਣ ਅਖੀਰ ਤੇ ਮੈਂ ਬਸ ਇਹ ਤੋਂ ਬਾਅਦ ਨਹੀਂ ਪੁੱਛਣਾ, ਆਖਰੀ ਵਾਰ ਮੈਂ ਪੁੱਛ ਰਿਹਾ, ਜੇ ਜਵਾਬ ਦੇਣੇ ਤੇ ਦੇ ਦੇ। ਯੂਅਰ ਕੁਐਸਚਨਸ ਹੈਵ ਆਲਰੇਡੀ ਬੀਨ ਆਨਸਰਡ ਸੈਡ ਦੈਮ, ਕਹਿੰਦਾ ਤੇਰੇ ਸਵਾਲਾਂ ਦੇ ਯੂਅਰ ਕੁਐਸਚਨਸ ਹੈਵ ਆਲਰੇਡੀ ਬੀਨ ਆਨਸਰਡ, ਤੇਰੇ ਸਵਾਲਾਂ ਦੇ ਜਵਾਬ ਪਹਿਲਾਂ ਹੀ ਦਿੱਤੇ ਜਾ ਚੁੱਕੇ ਆ, ਆਲਰੇਡੀ ਪਹਿਲਾਂ ਹੀ, ਆਲਰੇਡੀ ਹੈਵ ਬੀਨ ਆਨਸਰਡ, ਜਵਾਬ ਦੇ ਦਿੱਤੇ ਗਏ। ਵਟ ਡੂ ਯੂ ਮੀਨ, ਤੇਰਾ ਮਤਲਬ ਕੀ ਹੈ? ਸੈਡ ਦਾ ਕਿੰਗ, ਕਹਿੰਦਾ ਯੈਸ ਲੁੱਕ ਹੇਅਰ, ਕਹਿੰਦਾ ਵੇਖੋ, ਰਿਪਲਾਈਡ ਦ ਹਰਮਿਟ, ਕਹਿੰਦਾ ਗੱਲ ਸੁਣੋ, ਇਫ ਯੂ ਹੈਡ ਨਾਟ ਹੈਲਪ ਮੀ ਯੈਸਟਰਡੇ, ਜੇ ਤੂੰ ਮੇਰੀ ਕੱਲ ਮੇਰੀ ਤੂੰ ਹੈਲਪ ਨਾ ਕਰਦਾ, ਐਂਡ ਹੈਡ ਨਾਟ ਡਗ ਦੀਜ਼ ਬੈਡਸ ਫਾਰ ਮੀ, ਤੇ ਇਹ ਜਿਹੜੇ ਆ ਜ਼ਮੀਨ ਮੇਰੇ ਲਈ ਨਾ ਪੁੱਟਦਾ, ਯੂ ਵੁੱਡ ਹੈਵ ਗੋਨ ਅਵੇ, ਤੇ ਫਿਰ ਤੂੰ ਚਲੇ ਜਾਣਾ ਸੀ, ਜੇ ਤੂੰ ਰੁੱਝਾ ਨਾ ਰਹਿੰਦਾ ਤੇ ਤੂੰ ਵਾਪਸ ਚਲੇ ਜਾਣਾ ਸੀ। ਦੈਨ ਦੈਟ ਮੈਨ ਵੁੱਡ ਹੈਵ ਅਟੈਕਡ ਯੂ, ਤੇ ਫਿਰ ਉਹ ਬੰਦੇ ਨੇ ਤੇਰੇ ਤੇ ਅਟੈਕ ਕਰ ਦੇਣਾ ਸੀ, ਜਿਹੜਾ ਲੁਕਿਆ ਸੀਗਾ ਤੇਰੇ ਤੇ ਅਟੈਕ ਕਰਨ ਲਈ, ਕਿਉਂਕਿ ਤੂੰ ਗਿਆ ਨਹੀਂ, ਕਿਉਂਕਿ ਤੂੰ ਜ਼ਮੀਨ ਪੁੱਟਦਾ ਰਿਹਾ ਮੇਰੀ ਖਾਤਰ, ਇਸ ਕਰਕੇ ਤੂੰ ਗਿਆ ਨਹੀਂ, ਇਸ ਕਰਕੇ ਤੂੰ ਉਹਦੇ ਅਟੈਕ ਤੋਂ ਬਚ ਗਿਆ। ਦੈਨ ਯੂ ਵੁੱਡ ਹੈਵ ਵਿਸ਼ਡ ਯੂ ਹੈਡ ਸਟੇਡ ਹੇਅਰ ਵਿਦ ਮੀ, ਦੈਨ ਯੂ ਵੁੱਡ ਹੈਵ ਵਿਸ਼ਡ, ਤੇ ਫਿਰ ਤੂੰ ਮੇਰੇ ਨਾਲ, ਯੂ ਹੈਵ ਵਿਸ਼ਡ ਯੂ ਹੈਡ ਸਟੇਡ ਹੇਅਰ ਵਿਦ ਮੀ, ਫਿਰ ਤੂੰ ਮੇਰੇ ਨਾਲ ਰਹਿਣ ਦੀ ਜਿਹੜੀ ਉਹ ਇੱਛਾ ਜਤਾਈ। ਸੋ ਦਾ ਮੋਸਟ ਇੰਪੋਰਟੈਂਟ ਟਾਈਮ ਵਾਜ਼ ਵੈਨ ਯੂ ਆਰ ਹੈਲਪਿੰਗ ਮੀ ਐਂਡ ਡਿਗਿੰਗ ਦ ਬੈਡਸ ਫਾਰ ਮੀ, ਇਸ ਕਰਕੇ ਕਹਿੰਦਾ ਮੋਸਟ ਇੰਪੋਰਟੈਂਟ ਜਿਹੜਾ ਤੂੰ ਤੇਰਾ ਪਹਿਲਾ ਸਵਾਲ ਸੀ ਨਾ ਕਿ ਕਿਹੜਾ ਸਭ ਤੋਂ ਪਹਿਲਾਂ ਕੰਮ ਕੀ ਆ, ਐਕਸ਼ਨ ਕਿਹੜਾ ਕਰਨਾ ਚਾਹੀਦਾ, ਮੋਸਟ ਇੰਪੋਰਟੈਂਟ ਉਹ ਆ, ਤੇਰੇ ਪਹਿਲੇ ਸਵਾਲ ਦਾ ਆਨਸਰ ਕੀ ਸੀ? ਸੋ ਦਾ ਮੋਸਟ ਇੰਪੋਰਟੈਂਟ ਟਾਈਮ ਵੈਨ ਯੂ ਆਰ ਹੈਲਪਿੰਗ ਮੀ ਐਂਡ ਡਿਗਿੰਗ ਦ ਬੈਡਸ ਫਾਰ ਮੀ, ਤੇ ਉਹ ਸੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਟਾਈਮ ਜਦੋਂ ਤੂੰ ਮੇਰੀ ਹੈਲਪ ਕਰ ਰਿਹਾ ਸੀ ਤੇ ਮੇਰੇ ਲਈ ਜ਼ਮੀਨ ਪੁੱਟ ਰਿਹਾ ਸੀ। ਐਂਡ ਆਈ ਵਾਜ਼ ਦਾ ਮੋਸਟ ਇੰਪੋਰਟੈਂਟ ਮੈਨ, ਜਿਹੜਾ ਦੂਜਾ ਸਵਾਲ ਹੈ ਨਾ ਤੇਰਾ, ਇੰਪੋਰਟੈਂਟ ਬੰਦਾ ਕਿਹੜਾ ਹੁੰਦਾ, ਉਹ ਮੈਂ ਸੀ, ਕਹਿੰਦਾ ਐਟ ਦੈਟ ਟਾਈਮ, ਤੇ ਉਹ ਸਭ ਤੋਂ ਇੰਪੋਰਟੈਂਟ ਬੰਦਾ ਮੈਂ ਸੀ। ਟੂ ਡੂ ਮੀ ਗੁੱਡ ਵਾਜ਼ ਯੂਅਰ ਮੋਸਟ ਇੰਪੋਰਟੈਂਟ ਬਿਜ਼ਨਸ, ਤੇ ਮੇਰੇ ਲਈ ਚੰਗਾ ਕੰਮ ਕਰਨਾ ਤੇਰੇ ਲਈ ਉਦੋਂ ਮੋਸਟ ਇੰਪੋਰਟੈਂਟ ਬਿਜ਼ਨਸ ਸੀਗਾ, ਸਭ ਤੋਂ ਜ਼ਿਆਦਾ ਜ਼ਰੂਰੀ ਕੰਮ ਸੀ। ਲੁੱਕ ਲੇਟਰ ਵੈਨ ਦੈਟ ਮੈਨ ਕੇਮ ਰਨਿੰਗ ਟੂ ਅਸ, ਫਿਰ ਉਸ ਤੋਂ ਬਾਅਦ ਜਦੋਂ ਬੰਦਾ ਸਾਡੇ ਕੋਲ ਭੱਜਾ ਆਇਆ, ਦਾ ਮੋਸਟ ਇੰਪੋਰਟੈਂਟ ਟਾਈਮ ਵਾਜ਼, ਹੁਣ ਜਿਹੜਾ ਤੂੰ ਟਾਈਮ ਪੁੱਛਿਆ ਕਿ ਟਾਈਮ ਕਿਹੜਾ ਸਹੀ ਹੋਊਗਾ, ਕੀ ਸੀਗਾ ਇੰਪੋਰਟੈਂਟ ਟਾਈਮ? ਵੈਨ ਯੂ ਵਰ ਨਰਸਿੰਗ ਹਿਮ, ਜਦੋਂ ਤੂੰ ਉਹਦੀ ਮਰਮ ਪੱਟੀ ਕਰ ਰਿਹਾ ਸੀ, ਉਹ ਇੰਪੋਰਟੈਂਟ ਟਾਈਮ ਸੀ। ਇੰਪੋਰਟੈਂਟ ਬੰਦਾ ਕਹਿੰਦਾ ਮੈਂ ਸੀ, ਇੰਪੋਰਟੈਂਟ ਟਾਈਮ ਉਹ ਸੀ ਜਦੋਂ ਤੂੰ ਉਹਦੀ ਨਰਸਿੰਗ ਕਰ ਰਿਹਾ ਸੀ, ਉਹਦੀ ਮਰਮ ਪੱਟੀ ਕਰ ਰਿਹਾ ਸੀ। ਇਫ ਯੂ ਹੈਡ ਨਾਟ ਡਰੈਸਡ ਹਿਜ਼ ਵਾਉਂਡਸ ਹੀ ਵੁੱਡ ਹੈਵ ਡਾਈਡ, ਤੇ ਜੇ ਤੂੰ ਉਸ ਵੇਲੇ ਉਹਦੀ ਮਰਮ ਪੱਟੀ ਨਾ ਕਰਦਾ ਤੇ ਉਹ ਬੰਦਾ ਮਰ ਜਾਂਦਾ। ਯੂ ਕੁਡਨਟ ਹੈਵ ਵਨ ਹਿਮ ਐਜ਼ ਫਰੈਂਡ, ਤੇ ਫਿਰ ਤੂੰ ਆਪਣੇ ਦੁਸ਼ਮਣ ਨੂੰ ਇੱਕ ਦੋਸਤ ਦੇ ਵਿੱਚ ਨਹੀਂ ਸੀ ਬਦਲ ਸਕਦਾ। ਸੋ ਹੀ ਵਾਜ਼ ਦਾ ਮੋਸਟ ਇੰਪੋਰਟੈਂਟ ਪਰਸਨ ਐਟ ਦੈਟ ਟਾਈਮ, ਹੁਣ ਉਹ ਉਸ ਵੇਲੇ ਇੰਪੋਰਟੈਂਟ ਪਰਸਨ ਸੀ ਜਦੋਂ ਤੂੰ ਉਹਦੀ ਪੱਟੀ ਕਰ ਰਿਹਾ ਸੀ।
ਵੈਨ ਯੂ ਡਿਡ ਫਾਰ ਹਿਮ ਵਾਜ ਯੂਅਰ ਮੋਸਟ ਇੰਪੋਰਟੈਂਟ ਬਿਜ਼ਨਸ। ਤੇ ਜਦੋਂ ਤੂੰ ਉਹਦੇ ਲਈ ਉਹ ਕੰਮ ਕਰ ਰਿਹਾ ਸੀ ਉਦੋਂ ਤੇਰਾ ਉਹ ਇੰਪੋਰਟੈਂਟ ਬਿਜ਼ਨਸ ਸੀ। ਰਿਮੈਂਬਰ ਦੈਮ, ਫਿਰ ਕਹਿੰਦੇ ਯਾਦ ਰੱਖੋ, ਦੇਰ ਇਜ਼ ਓਨਲੀ ਵਨ ਟਾਈਮ ਦੈਟ ਇਜ਼ ਇੰਪੋਰਟੈਂਟ। ਇੱਕ ਵੇਲੇ ਇੱਕ ਹੀ ਸਮਾਂ ਹੁੰਦਾ ਜਿਹੜਾ ਇੰਪੋਰਟੈਂਟ ਹੁੰਦਾ, ਦੈਟ ਇਜ਼ ਟਾਈਮ ਇਜ਼ ਨਾਓ। ਉਹ ਸਿਰਫ ਹੁਣ ਦਾ ਸਮਾਂ ਹੁੰਦਾ, ਸਿਰਫ ਹੁਣ ਜਿਹੜਾ ਵਾ ਉਹ ਇੰਪੋਰਟੈਂਟ ਹੁੰਦਾ। ਰਾਈਟ ਨਾਓ ਜੋ ਪ੍ਰੈਜ਼ੈਂਟ ਟਾਈਮ ਆ ਕਹਿੰਦਾ ਉਹ ਹੀ ਸਾਡੇ ਲਈ ਇੰਪੋਰਟੈਂਟ ਹੁੰਦਾ ਨਾਓ। ਇਟ ਇਜ਼ ਦ ਮੋਸਟ ਇੰਪੋਰਟੈਂਟ ਟਾਈਮ ਬਿਕਾਜ਼ ਇਟ ਇਜ਼ ਓਨਲੀ ਨਾਓ ਵੈਨ ਵੀ ਹੈਵ ਐਨੀ ਪਾਵਰ। ਕਹਿੰਦਾ ਸਿਰਫ ਹੁਣ ਰਾਈਟ ਨਾਓ ਜਿਹੜਾ ਪ੍ਰੈਜ਼ੈਂਟ ਸਮਾਂ ਇਹੋ ਹੀ ਸਾਡੇ ਲਈ ਇੰਪੋਰਟੈਂਟ ਹੁੰਦਾ, ਕਿਉਂਕਿ ਬਿਕਾਜ਼ ਇਟ ਇਜ਼ ਓਨਲੀ ਨਾਓ, ਕਿਉਂਕਿ ਸਿਰਫ ਹੁਣ ਹੀ ਆ। ਵੈਨ ਵੀ ਹੈਵ ਐਨੀ ਪਾਵਰ ਟੂ ਐਕਟ, ਜਦੋਂ ਸਾਡੇ ਕੋਲ ਕੋਈ ਕੰਮ ਕਰਨ ਦੀ ਸ਼ਕਤੀ ਹੁੰਦੀ ਹੈ। ਕਿਉਂਕਿ ਜਦੋਂ ਸਮਾਂ ਬੀਤ ਜਾਂਦਾ ਸਾਡੀ ਸ਼ਕਤੀ ਖਤਮ ਹੋ ਜਾਂਦੀ ਹੈ ਅਤੇ ਉਦੋਂ ਅਸੀਂ ਕੁਛ ਕਰ ਨਹੀਂ ਸਕਦੇ। ਅਤੇ ਜਦੋਂ ਸਮਾਂ ਆਉਣਾ ਹੁੰਦਾ, ਜਦੋਂ ਸਾਡੇ ਕੋਲ ਸ਼ਾਇਦ ਸ਼ਕਤੀ ਵੀ ਨਹੀਂ ਹੁੰਦੀ, ਅਤੇ ਆਉਣ ਵਾਲਾ ਸਮਾਂ ਅਸੀਂ ਪਹਿਲਾਂ ਕੁਛ ਕਰ ਵੀ ਨਹੀਂ ਸਕਦੇ। ਸੋ ਰਾਈਟ ਟਾਈਮ ਜਿਹੜਾ ਕਹਿੰਦਾ ਪ੍ਰੈਜ਼ੈਂਟ ਟਾਈਮ ਆ, ਨਾਓ ਹੁਣ ਦਾ ਸਮਾਂ, ਉਹ ਤੁਹਾਡੇ ਲਈ ਰਾਈਟ ਟਾਈਮ ਆ। ਦ ਮੋਸਟ ਇੰਪੋਰਟੈਂਟ ਪਰਸਨ ਇਜ਼ ਵਨ ਵਿਦ ਹੋਮ ਯੂ ਆਰ ਐਟ ਏ ਪਾਰਟੀਕੂਲਰ ਮੂਮੈਂਟ। ਅਤੇ ਕਹਿੰਦਾ ਸਭ ਤੋਂ ਦ ਮੋਸਟ ਇੰਪੋਰਟੈਂਟ ਪਰਸਨ ਇਜ਼ ਵਨ, ਸਭ ਤੋਂ ਇੰਪੋਰਟੈਂਟ ਪਰਸਨ ਤੁਹਾਡੇ ਲਈ ਕੌਣ ਆ? ਵਿਦ ਹੋਮ ਯੂ ਆਰ ਐਟ ਏ ਪਾਰਟੀਕੂਲਰ ਮੂਮੈਂਟ, ਜਿਹਦੇ ਨਾਲ ਤੁਸੀਂ ਖਾਸ ਸਮੇਂ 'ਤੇ ਹੋ। ਯੂ ਨੈਵਰ ਨੋ ਵਾਟ ਵਿਲ ਹੈਪਨ ਇਨ ਦਾ ਫਿਊਚਰ, ਅਤੇ ਤੁਹਾਨੂੰ ਨਹੀਂ ਪਤਾ ਹੈਪਨ ਬੀਤੂਗਾ, ਕੀ ਵਾਪਰੂਗਾ, ਕਿ ਫਿਊਚਰ ਵਿੱਚ ਕੀ ਵਾਪਰੇਗਾ। ਯੂ ਡੋਂਟ ਨੋ ਵੈਦਰ ਯੂ ਵਿਲ ਐਵਰ ਮੀਟ ਦੈਟ ਮੈਨ ਅਗੇਨ ਔਰ ਨਾਟ। ਅਤੇ ਤੁਹਾਨੂੰ ਇਹ ਨਹੀਂ ਪਤਾ ਕਿ ਉਹ ਬੰਦਾ ਜਿਹਦੇ ਨਾਲ ਤੁਸੀਂ ਇਸ ਵੇਲੇ ਹੈਗੇ ਹੋ, ਉਹ ਬੰਦਾ ਤੁਹਾਨੂੰ ਅਗੇਨ ਦੁਬਾਰਾ ਫਿਊਚਰ 'ਚ ਮਿਲੇਗਾ ਜਾਂ ਨਹੀਂ ਮਿਲੇਗਾ। 10 ਇਸ ਕਰਕੇ ਦਾ ਮੋਸਟ ਇੰਪੋਰਟੈਂਟ ਬਿਜ਼ਨਸ ਇਜ਼ ਟੂ ਡੂ ਦੈਟ ਪਰਸਨ ਗੁੱਡ। ਅਤੇ ਤੇਰੇ ਲਈ ਸਭ ਤੋਂ ਫਿਰ ਚੰਗੀ ਜਿਹੜਾ ਮਹਾਨ ਜਿਹੜਾ ਮੋਸਟ ਇੰਪੋਰਟੈਂਟ ਕੰਮ ਆ ਉਹ ਆ ਕਿ ਉਸ ਬੰਦੇ ਲਈ ਕੋਈ ਚੰਗਾ ਕਰੋ, ਚੰਗਾ ਸੋਚੋ। ਐਂਡ ਫਾਰ ਦਿਸ ਪਰਪਸ, ਅਤੇ ਐਂਡ ਫਾਰ ਦਿਸ ਪਰਪਸ ਅਲੋਨ, ਅਤੇ ਸਿਰਫ ਇਸੇ ਕੰਮ ਲਈ ਹੀ, ਦੂਜਿਆਂ ਦੇ ਭਲੇ ਲਈ ਹੀ ਵਾਜ਼ ਮੈਨ ਸੈਂਟ ਇਨ ਟੂ ਦਿਸ ਵਰਲਡ, ਅਤੇ ਬੰਦੇ ਨੂੰ ਇਸ ਸੰਸਾਰ ਵਿੱਚ ਭੇਜਿਆ ਗਿਆ। ਸੋ ਇਹ ਸੀ ਇੱਕ ਸਟੋਰੀ ਜਿਹਦੇ 'ਚ 3 ਕੁਐਸਚਨ ਰਾਜੇ ਨੇ ਦੇ ਮਨ 'ਚ ਆਏ। ਉਹਨਾਂ 3 ਸਵਾਲਾਂ ਦੇ ਜਿਹੜੇ ਜਵਾਬ ਲੈਣ ਦੇ ਲਈ ਉਹ ਇੱਕ ਸਾਧੂ ਕੋਲ ਜਾਂਦਾ, ਜਿੱਥੇ ਉਹਦੇ ਨਾਲ ਇੱਕ ਘਟਨਾ ਵਾਪਰਦੀ ਹੈ। ਉਸ ਘਟਨਾ ਤੋਂ ਸਾਧੂ ਦੇ ਅਕੋਰਡਿੰਗ ਉਹਨੂੰ 3 ਸਵਾਲਾਂ ਦੇ ਜਿਹੜੇ ਜਵਾਬ ਮਿਲ ਜਾਂਦੇ ਆ। ਸੋ ਇਹ ਸੀ ਸਟੋਰੀ ਕਿ ਇਨਸਾਨ ਦੇ ਕੋਲ ਸਭ ਤੋਂ ਇੰਪੋਰਟੈਂਟ ਟਾਈਮ ਕਿਹੜਾ ਵਾ? ਉਹ ਆ ਨਾਓ, ਹੁਣ ਦਾ ਟਾਈਮ, ਜਦੋਂ ਉਹਦੇ ਕੋਲ ਪਾਵਰ ਹੈ ਕੋਈ ਕੰਮ ਕਰਨ ਦੀ। ਸਭ ਤੋਂ ਇੰਪੋਰਟੈਂਟ ਪਰਸਨ ਕਿਹੜਾ? ਜਿਹੜਾ ਉਹਦੇ ਕੋਲ ਆ, ਜਿਹਦੇ ਲਈ ਉਹ ਕੁਛ ਕਰ ਸਕਦਾ, ਕਿਉਂਕਿ ਬੰਦੇ ਨੇ ਹੋ ਸਕਦਾ ਉਸ ਬੰਦੇ ਨੇ ਦੁਬਾਰਾ ਜ਼ਿੰਦਗੀ 'ਚ ਮਿਲਣਾ ਜਾਂ ਨਹੀਂ ਮਿਲਣਾ, ਕਿਉਂਕਿ ਪਰਮਾਤਮਾ ਨੇ ਇਨਸਾਨ ਨੂੰ ਭੇਜਿਆ ਵੀ ਇਸੇ ਕਰਕੇ ਹੀ ਆ ਕਿ ਜਾ ਕੇ ਸੰਸਾਰ ਦੇ ਵਿੱਚ ਦੂਜਿਆਂ ਦਾ ਭਲਾ ਕਰ। ਠੀਕ ਹੈ ਜੀ। ਸੋ ਇਹ ਸੀ ਸਟੋਰੀ। ਨੇਮ ਆਫ ਸਟੋਰੀ ਇਜ਼ 3 questions ਐਂਡ this is in the syllabus of class 8th। ਸੋ ਬੱਚਿਓ, ਅਗਰ ਤੁਹਾਨੂੰ ਸਾਡੀ ਅੱਜ ਦੀ ਇਹ ਸਟੋਰੀ ਵੀਡੀਓ ਲੈਕਚਰ ਅੱਛਾ ਲੱਗਾ ਤਾਂ ਇਹਨੂੰ ਸ਼ੇਅਰ ਵੀ ਕਰੋ, ਲਾਈਕ ਵੀ ਕਰੋ। ਥੈਂਕ ਯੂ ਸੋ ਮਚ।